ਮੁਹੰਮਦ ਅਲੀ ਜਨਾਨੀ ਸਾਹਿਬ ਅਮਰੀਕਾ ਜਿਸ ਮੁਲਕ ਵੀ ਗਿਆ, ਜਿੱਥੇ ਵੀ ਗਿਆ, ਉਹਨਾਂ ਨੇ ਇਰਾਕ ਵਿੱਚ ਜਾਂ ਜਿਹੜੇ ਵੈਨਜ਼ੁਏਲਾ ਵਿੱਚ ਜਿੱਥੇ ਵੀ ਕੋਈ ਮਾਮਲਾ ਕੀਤਾ ਜਾਂ ਕਿਸੇ ਦੂਸਰੇ ਮੁਲਕ ਵਿੱਚ, ਉਹਨਾਂ ਨੇ ਇਹ ਕੋਈ ਨਾ ਕੋਈ ਜਿਹੜਾ ਉਹਦੇ ਉਹ ਲੌਜਿਕ ਦਿੰਦੇ ਨੇ, ਜਿਹੜੀ ਕਿ ਬੜੀ ਮਤਲਬ ਕੋਈ ਮੈਂ ਕਹਾਂ ਕਿ ਜੀ ਉਹਦੀ ਕੋਈ ਲੌਜਿਕ ਤਾਂ ਕਹਿੰਦੇ ਨੇ ਕਿ ਸਾਡੀ ਲੌਜਿਕ ਹੈ, ਲੇਕਿਨ ਉਹਦਾ ਬਾਅਦ ਵਿੱਚ ਪਤਾ ਚੱਲਦਾ ਕਿ ਉਹ ਬਿਲਕੁਲ ਹੀ ਝੂਠ ਬੋਲਿਆ ਸੀ ਉਹਨੇ। ਤੇ ਇੱਥੇ ਉਹ ਕਹਿ ਰਹੇ ਨੇ ਇਰਾਨ ਵਿੱਚ ਕਿ ਜੀ ਅਸੀਂ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਮਾਮਲਾ ਸੀ, ਉਹ ਕਹਿ ਰਹੇ ਸਨ ਕਿ ਜੀ ਅਸੀਂ ਰਜੀਮ ਚੇਂਜ ਕਰਨ ਵਾਸਤੇ ਆਏ ਹਾਂ। ਤੇ ਇਹ ਦੱਸੋ ਕਿ ਕਿਆ ਕੋਈ ਰਜੀਮ ਚੇਂਜ ਇੱਥੇ ਹੋ ਸਕਦਾ ਸੀ ਇਰਾਨ ਵਿੱਚ? ਔਰ ਦੂਜਾ ਕਿਆ ਹੈ ਕਿ ਰਜੀਮ ਚੇਂਜ ਦੀ ਜਿਹੜੀ ਕੋਸ਼ਿਸ਼ ਸੀ ਉਹ ਸਿਰਫ ਜਿਹੜਾ ਅਮਰੀਕਾ ਦਾ ਮਕਸਦ ਸੀ ਉਹ ਰਜੀਮ ਚੇਂਜ ਸੀ ਜਾਂ ਕੁਝ ਹੋਰ ਵੀ ਸੀ? ਦੇਖੋ, ਮੈਂ ਤੇ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਉਹਦੇ ਪਿੱਛੇ ਕੋਈ ਅਕਲ ਵੀ ਨਹੀਂ ਹੈ, ਦਾਨਿਸ਼ ਵੀ ਨਹੀਂ ਹੈ, ਜੀ ਕੋਈ ਅਸੈਸਮੈਂਟ ਵੀ ਨਹੀਂ ਹੈ, ਕੈਲਕੂਲੇਸ਼ਨ ਵੀ ਨਹੀਂ ਹੈ, ਕੋਈ ਹਿਸਟਰੀ ਦਾ ਇਦਰਾਕ ਵੀ ਨਹੀਂ ਹੈ। ਦੇਖੋ, ਰਜੀਮ ਚੇਂਜ ਕਰਨ ਲਈ ਜਿਹੜੀ ਰਿਕੁਆਇਰਮੈਂਟਸ ਹੁੰਦੀਆਂ ਨੇ, ਮਾਜ਼ੀ ਹੁਣ ਇਹ ਵੈਨਜ਼ੁਏਲਾ ਤੇ ਨਹੀਂ ਹੈ ਨਾ, ਜਾਓ ਤੇ ਉਹ ਰਜੀਮ ਤੇ ਚੇਂਜ ਤੇ ਨਹੀਂ ਹੋਈ ਨਾ, ਰਜੀਮ ਬਦਮਾਸ਼ੀ ਹੋਈ। ਮਤਲਬ ਇਹ ਹੈ ਕਿ ਤੁਸੀਂ ਜਗ੍ਹਾ ਬਦਮਾਸ਼ੀ ਕਰਕੇ ਤੁਸੀਂ ਚੁੱਕ ਠੀਕ। ਕੇ ਲਿਆਏ, ਤੁਸੀਂ ਕਹੇ ਜੇ ਅਸੀਂ ਕਾਮਯਾਬ ਹੋ ਗਏ। ਹੁਣ ईरान एक मुख्तलिफ मुल्क है और ईरान ਦੀ ਜਿਓਗ੍ਰਾਫੀ ਤੁਸੀਂ ਵੇਖੋ, ईरान ਦੀ ਤਾਰੀਖ ਵੇਖੋ, ਉਹਦਾ ਸਾਈਜ਼ ਵੇਖੋ, ਜੀ ਜੀ ਉਹਦੇ ਆਵਾਮ ਦਾ ਇੱਕ ਹੋਮੋਜਿਨਿਟੀ ਵੇਖੋ ਕਿ ਉਹ ਕਿੰਨੇ ਵੀ ਹੋ ਜਾਣ ਉਹ ਹੁਬੁਲ ਵਤਨ ਨੇ ਆਪਣੇ ਮੁਲਕ ਨਾਲ। ਉਹਨਾਂ ਦੇ ਇਖਤਲਾਫਾਤ ਹੋਣ ਫਿਰ ਵੀ ਜਦੋਂ ਮੁਲਕ ਦਾ ਮਾਮਲਾ ਆਉਂਦਾ ਹੈ ਉਹ ਇਕੱਠੇ ਹੋ ਜਾਂਦੇ ਨੇ। ਤਾਂ ਐਸੀ ਸੂਰਤ ਹਾਲ ਵਿੱਚ ਇਹ ਸੋਚਣਾ ਕਿ ਅਸੀਂ ਕਿਸੇ 40 ਸਾਲ ਤੋਂ ਬਾਹਰ ਬੈਠੇ ਹੋਏ ਕਿਸੇ ਬੰਦੇ ਨੂੰ ਫੜ ਕੇ ਉਹਨਾਂ ਦਾ ਲੀਡਰ ਬਣਾ ਦਾਂਗੇ ਠੀਕ ਔਰ ਹੈ। ਉਹ ਜਿਨ੍ਹਾਂ ਨੂੰ ਉਹਨੇ ਕੱਢਿਆ ਹੋਵੇ, ਜਿਨ੍ਹਾਂ ਦੇ ਵੱਡਿਆਂ ਨੂੰ, ਉਹਨਾਂ ਨੂੰ ਆਵਾਮ ਜਿਹੜੇ ਨੇ ਉਹ ਐਕਸੈਪਟ ਕਰ ਲੈਣਗੇ। ਤੇ ਇਹ ਮੇਰਾ ਖਿਆਲ ਇਹ ਹੈ ਕਿ ਇੱਕ ਗ੍ਰॉस ਮਿਸਅੰਡਰਸਟੈਂਡਿੰਗ ਆਫ ਦਾ ਸਿਚੁਏਸ਼ਨ ਹੈ ਔਰ ਕਮ ਫਹਿਮ, ਕਮ ਇਲਮ ਕੀ ਆਦਤਾਂ ਜਦੋਂ ਆ ਜਾਂਦੀਆਂ ਨੇ ਤੇ ਫਿਰ ਇਹੋ ਜਿਹੇ ਇਕਦਾਮਾਤ ਹੀ ਹੁੰਦੇ। ਸਰ ਕੀ ਵਜ੍ਹਾ ਨਜ਼ਰ ਆ ਰਹੀ ਹੈ ਇਹ ਜਿਹੜਾ ਤਾਲਿਬਾਨ ਰਜੀਮ ਹੈ ਦਹਿਸ਼ਤਗਰਦ ਸਹੂਲਤਕਾਰ ਬਣੇ ਨੇ, ਦਹਿਸ਼ਤਗਰਦਾਂ ਨੂੰ ਸਰਜ਼ਮੀਨ ਦਿੱਤੀ ਹੋਈ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰਦੇ, ਇਹਦੀ ਕੀ ਵਜ੍ਹਾ ਨਜ਼ਰ ਆ ਰਹੀ ਹੈ ਸਰ? ਹੁਣ ਇੱਥੇ ਤੇ ਅਫਗਾਨਿਸਤਾਨ ਦੀ ਜਿਹੜੀ ਸੂਰਤ ਹਾਲ ਹੈ ਇਸ ਵੇਲੇ, ਇੱਕ ਤਰਫ ਤੇ ਇਹ ਹੈ ਕਿ ਸਾਡਾ ਬੜਾ ਪੁਰਾਣਾ ਤਾਲੁਕ ਹੈ ਉਹਨਾਂ ਨਾਲ, ਸਾਡਾ ਇੱਕ ਜੀ ਮਤਲਬ ਇਲਾਕਾਈ ਲਿੰਕੇਜ ਹੈ, ਸਭ ਕੁਝ ਹੈ। ਲੇਕਿਨ ਉਸ ਤੋਂ ਬਾਵਜੂਦ ਅਗਰ ਇਹ ਦੇਖਿਆ ਜਾਏ ਕਿ ਇਸ ਵੇਲੇ ਅਫਗਾਨਿਸਤਾਨ ਜਿਹੜਾ ਹੈ ਉਹ ਇੰਡੀਆ ਦੇ ਜ਼ਰੀਏ ਇਜ਼ਰਾਈਲ ਦੀ ਪ੍ਰੌਕਸੀ ਬਣਿਆ ਹੋਇਆ ਹੈ ਔਰ ਜਿਹੜੇ ਇਸ ਵੇਲੇ ਮਤਲਬ ਤਾਲੁਕਾਤ ਨੇ, ਠੀਕ। ਜਿਹੜੀ ਗਲਤੀ ਅਫਗਾਨਿਸਤਾਨ ਦੀ ਕਿਆਦਤ ਕਰ ਰਹੀ ਹੈ ਔਰ ਜਿਹਦੇ ਵਿੱਚ ਉਹਦੇ ਆਵਾਮ ਵੀ ਉਹਨਾਂ ਦੇ ਨਾਲ ਨਹੀਂ ਹੈਗੇ। ਦੇਖੋ, ਅਫਗਾਨਿਸਤਾਨ ਕੁਝ ਵੀ ਹੋ ਜਾਏ ਉਹ ਇਜ਼ਰਾਈਲ ਦਾ ਜੀ ਜੀ ਹਮਾਇਤੀ ਨਹੀਂ ਬਣ ਸਕਦੇ ਆ। ਅਫਗਾਨਿਸਤਾਨ ਹਮੇਸ਼ਾ ਤੋਂ ਜਿਹੜਾ ਹੈ ਉਹ ਮਿਡਲ ਈਸਟ ਵਿੱਚ ਐਂਟਾਈ ਇਜ਼ਰਾਈਲ ਸੈਂਟੀਮੈਂਟ ਆਪਣੇ ਮੁਲਕ ਵਿੱਚ ਰੱਖਦਾ ਰਿਹਾ ਹੈ। ਦਾਊਦ ਦੇ ਜ਼ਮਾਨੇ ਵਿੱਚ ਵੀ ਸਾਡੇ ਨਾਲ ਇੱਕ ਕੌਨਫਲਿਕਟ ਰਿਹਾ ਹੈ ਉਹਨਾਂ ਦਾ, ਬਾਅਦ ਵਿੱਚ ਉਹ ਬਿਲਕੁਲ ਇੱਕ ਭਾਈਚਾਰੇ ਵਿੱਚ ਬਦਲ ਗਿਆ ਔਰ ਪਾਕਿਸਤਾਨ ਨੇ ਤੇ ਇੰਜ ਉਹਨਾਂ ਦੀ ਮਤਲਬ ਮਹਿਮਾਨ ਨਵਾਜ਼ੀ ਠੀਕ ਹੈ। ਕੀਤੀ ਰੂਸ ਤੇ ਜਿਹੜੀ ਵਹਿਸ਼ਤ ਦੇ ਮੁਕਾਬਲੇ 'ਚ ਕਿ ਜਿਵੇਂ ਕੋਈ ਆਪਣੇ ਘਰ ਦਾ ਫਰਦ ਹੁੰਦਾ ਹੈ। ਠੀਕ ਹੈ, ਤਾਂ ਐਸੀ ਸੂਰਤ ਹਾਲ ਵਿੱਚ ਅਫਗਾਨਾਂ ਦਾ, ਅਫਗਾਨ ਲੀਡਰਸ਼ਿਪ ਦਾ ਜਿਹੜਾ ਰਵੱਈਆ ਹੈ ਮੇਰੇ ਖਿਆਲ ਵਿੱਚ ਤੇ ਉਹ ਮਤਲਬ ਗੈਰ ਠੀਕ। ਮਤਲਬ ਸਮਝਦਾਰਾਨਾ ਹੈ। ਉਹਦੇ ਵਿੱਚ ਹਿਕਮਤ ਜਿਹੜਾ ਹੈ, ਹਿਕਮਤ ਘੱਟ ਹੈ। ਜਿਹੜੀ ਉਹਨਾਂ ਦੀ ਰਵਾਇਤੀ ਟ੍ਰੈਡੀਸ਼ਨਲ ਜੀ ਹਿਕਮਤ ਹੈ ਉਹ ਉੱਥੇ ਨਜ਼ਰ ਨਹੀਂ ਆ ਰਹੀ ਔਰ ਮਤਲਬ ਇੱਕ ਡੈਫੀਨੇਟਲੀ ਇੱਕ ਉਹ ਨਜ਼ਰ ਆਉਂਦਾ ਹੈ ਕਿ ਇਹ ਇੱਕ ਕਮਜ਼ੋਰੀ ਠੀਕ ਦਾ ਹੈ। ਅਨਸਰ ਹੈ। ਤੇ ਫਿਰ ਸਰ ਇਹ ਵੀ ਦੱਸ ਦਿਓ ਨਾ ਕਿ ਇਹੋ ਜਿਹੇ ਬੰਦੇ ਦਾ ਜਾਂ ਇਹੋ ਜਿਹੇ ਗਰੁੱਪਾਂ ਦਾ ਜਾਂ ਇਹੋ ਜਿਹੇ ਦਹਿਸ਼ਤਗਰਦਾਂ ਦਾ ਕੀ ਇਲਾਜ ਹੈ? ਬੰਬਾਰੀ ਕਰਦੇ ਰਹੀਏ, ਮੁਜ਼ਾਕਰਾਤ ਕਰਨੇ ਚਾਹੀਦੇ ਨੇ, ਗੱਲਬਾਤ ਕਰਨੀ ਚਾਹੀਦੀ ਇਹਨਾਂ ਨਾਲ, ਹੱਲ ਕੀ ਹੈ ਸਰ ਇਹਦਾ? ਮਸਲਾ ਹੈ ਕਿ ਅਗਰ ਉਹ ਸਾਡੇ ਮੁਲਕ ਦੇ ਅੰਦਰ ਦਹਿਸ਼ਤਗਰਦੀ ਕਰਾਉਣ ਲਈ ਬੈਕਿੰਗ ਦੇਣਗੇ, ਅਗਰ ਉਹ ਇੰਡੀਆ ਦੀ ਪ੍ਰੌਕਸੀ ਬਣ ਕੇ ਚੱਲਣਗੇ ਜੀ ਔਰ ਅਗਰ ਇਜ਼ਰਾਈਲ ਦੇ ਜਿਹੜੇ ਮਕਾਸਦ ਨੇ ਉਹਨਾਂ ਦੇ ਉੱਤੇ ਉਹ ਚੱਲਣਗੇ ਤਾਂ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਚਦਾ ਕਿ ਅਸੀਂ ਉਹਨਾਂ ਨੂੰ ਪ੍ਰੀਐਮਪਟ ਕਰੀਏ। ਤੇ ਪਾਕਿਸਤਾਨ ਦੇ ਜਿਹੜੇ ਪ੍ਰੀਐਮਪਟਿਵ ਇਕਦਾਮਾਤ ਨੇ ਉਹਨਾਂ ਦੀ ਵਜ੍ਹਾ ਨਾਲ ਇਹ ਮੁਸ਼ਕਿਲਾਤ ਤੇ ਸਾਡੇ ਲਈ ਪੈਦਾ ਹੋ ਰਹੀਆਂ ਨੇ ਔਰ ਹਾਲਾਤ ਵੀ ਸਾਡੇ ਲਈ ਠੀਕ। ਚੈਲੰਜਿੰਗ ਬਣ ਰਹੇ ਨੇ। ਲੇਕਿਨ ਸਾਡੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਹੈ ਔਰ ਇਸ ਵੇਲੇ ਦੁਨੀਆ ਦੇ ਜਿਤਨੇ ਮਮਾਲਿਕ ਨੇ ਉਹ ਇਸ ਮਾਮਲੇ 'ਚ ਪਾਕਿਸਤਾਨ ਦੇ ਮੌਕਫ ਨੂੰ ਸਪੋਰਟ ਵੀ ਕਰ ਰਹੇ ਨੇ ਔਰ ਮੈਂ ਇਹ ਸਮਝਦਾ ਕਿ ਪਾਕਿਸਤਾਨ ਦੀ ਜੀ ਜੀ ਹਕੂਮਤ ਨੂੰ ਇਸ ਵੇਲੇ ਇਹ ਚਾਹੀਦਾ ਹੈ ਕਿ ਇਸ ਸਾਰੀ ਸੂਰਤ ਹਾਲ ਵਿੱਚ ਜਿਹੜੇ ਪੁਰਾਣੇ ਪਏ ਹੋਏ ਇਸ਼ੂਜ਼ ਨੇ, ਡਿਊਰੈਂਟ ਲਾਈਨ ਦਾ ਇਸ਼ੂ ਹੈ, ਸੈਂਟਰਲ ਏਸ਼ੀਆ ਇੱਕ ਲੈਂਡ ਲੌਕ ਕੰਟਰੀ ਹੈ, ਏਸ਼ੀਅਨ ਸਟੇਟਸ ਨੂੰ ਸਮੁੰਦਰ ਤੱਕ ਮਿਲਾਉਣ ਲਈ ਇਨੀਸ਼ੀਏਟਿਵਸ ਵੀ ਲੈਣੇ ਚਾਹੀਦੇ ਨੇ ਔਰ ਇਹ ਸਿਰਫ ਆਪਣੇ ਦਿਫਾਅ ਠੀਕ ਦਾ ਹੈ। ਮਾਮਲਾ ਨਹੀਂ ਹੈ, ਇਹ ਮੁਸਤਕਬਿਲ ਦੀ ਹਿਕਮਤ ਅਮਲੀ ਦਾ ਮਾਮਲਾ ਵੀ ਇੱਥੇ ਇਹਨਾਂ ਨੂੰ ਸਮਝਦਾ। ਦੇਖੋ, ਉਹ ਅਸਲ ਵਿੱਚ ਉਹਨਾਂ ਦਾ ਰਿਲੈਕਟੈਂਸ ਦੀ ਮੁਖਤਲਿਫ ਵਜੂਹਾਤ ਨੇ। ਇੱਕ ਤੇ ਇਹ ਹੈ ਕਿ ਜਿਹੜੇ ਲੋਕ ਦਹਿਸ਼ਤਗਰਦੀ 'ਚ ਮੁਲਵਿਸ ਨੇ
ਉਹਨਾਂ ਨੇ ਪਹਿਲੇ ਇਹਨਾਂ ਲਈ ਵੀ ਦਹਿਸ਼ਤਗਰਦੀ ਕੀਤੀ ਹੋਈ ਹੈ, ਇਹਨਾਂ ਦੇ ਨਾਲ ਵੀ ਠੀਕ। ਲੜੇ ਹੋਏ ਨੇ, ਇਹਨਾਂ ਨਾਲ ਇੱਕ ਤਾਲੁਕ ਵੀ ਹੈ ਉਹਨਾਂ ਦਾ, ਔਰ ਉਹ ਇੱਕ ਪੁਰਾਣੀ ਲਿੰਕੇਜ ਜਿਹੜੀ ਹੈ ਉਹ ਵੀ ਉੱਥੇ ਕੰਮ ਕਰ ਜੀ। ਰਹੀ ਹੈ। ਦੂਜਾ ਉੱਥੋਂ ਦਾ ਮਸਲਾ ਇਹ ਹੈ ਕਿ ਖੁਦ ਜਿਹੜੇ ਅਫਗਾਨਿਸਤਾਨ ਦੇ ਅੰਦਰ ਉਹ ਕੂਵਤਾਂ ਨੇ ਜਿਹੜੀਆਂ ਕਿ ਉਹਨਾਂ ਦੀ ਆਪਣੀ ਹਕੂਮਤ ਤੇ ਠੀਕ ਹੈ। ਤਾਲਿਬਾਨ ਦੇ ਖਿਲਾਫ ਨੇ, ਉਹ ਵੀ ਬਹੁਤ ਤਾਕਤਵਰ ਕੂਵਤਾਂ ਨੇ, ਉਹ ਪਾਕਿਸਤਾਨ ਵਿੱਚ ਅਨਰੈਸਟ ਪੈਦਾ ਕਰਨਾ ਚਾਹੁੰਦੇ ਨੇ। ਤੇ ਇਹ ਸਾਰੇ ਅਵਾਮਿਲ ਜਿਹੜੇ ਨੇ ਇਹ ਮਿਲ ਕੇ ਇਹੋ ਜਿਹਾ ਮਾਹੌਲ ਬਣਾ ਦਿੰਦੇ ਨੇ ਜਿਹੜਾ ਕਿ ਉਹਨਾਂ ਨੂੰ ਇਸ ਮੰਨਫੀ ਸੋਚ ਔਰ ਇਸ ਮੰਨਫੀ ਸਹੀ। ਇਕਦਾਮਾਤ ਦੀ ਤਰਫ ਲੈ ਜਾਂਦਾ ਹੈ। ਔਰ ਇਹ ਮੈਂ ਸਮਝਦਾ ਕਿ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਔਰ ਤਾਰੀਖੀ ਗਲਤੀ ਹੈ। ਇਹਦਾ ਨੁਕਸਾਨ ਵੀ ਉਹਨਾਂ ਨੂੰ ਵੀ ਬਹੁਤ ਹੋਏਗਾ ਔਰ ਖਿੱਤੇ ਨੂੰ ਵੀ ਇਹਦਾ ਬਹੁਤ ਨੁਕਸਾਨ। ਦੇਖੋ ਹੁਣ ਤੇ ਪਾਕਿਸਤਾਨ ਨੇ ਬੜੀ ਲਾਈਨ ਖਿੱਚ ਦਿੱਤੀ ਹੈ ਨਾ, ਉਹਨਾਂ ਨੇ ਠੀਕ। ਕਿਹਾ ਜੀ ਮੁਜ਼ਾਕਰਾਤ ਤੇ ਉਸ ਵੇਲੇ ਹੋਣਗੇ ਜਿਸ ਵੇਲੇ ਤੁਸੀਂ ਰਵੱਈਏ ਆਪਣੇ ਇਸਲਾਹ ਕਰੋ। ਤੇ ਹੁਣ ਪਾਕਿਸਤਾਨ ਨੇ ਇਹ ਇੱਕ ਮੌਕਫ, ਦੇਖੋ ਪਾਕਿਸਤਾਨ ਦੀ ਜੀ ਰਿਆਸਤ ਨੇ ਇੱਕ ਮੌਕਫ ਹੁਣ ਲੈ ਲਿਆ ਹੈ ਕਿ ਅਸੀਂ ਉਸ ਵੇਲੇ ਮੁਜ਼ਾਕਰਾਤ ਕਰਾਂਗੇ ਜਿਸ ਵੇਲੇ ਤੁਸੀਂ ਆਪਣੇ ਰਵੱਈਏ ਨੂੰ ਮੈਂਡ ਕਰੋ, ਜਿਸ ਵੇਲੇ ਤੁਸੀਂ ਜੀ ਜੀ। ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਬੰਦ ਕਰੋਗੇ ਤੇ ਫਿਰ ਅਸੀਂ ਤੁਹਾਡੇ ਨਾਲ ਮੇਜ਼ ਤੇ ਬੈਠਾਂਗੇ। ਮੁਹੰਮਦ ਅਬਦੁਲ ਸਾਹਿਬ, ਇਹ ਵੀ ਦੱਸੋ ਕਿ ਇਤਿਹਾਦੀ ਜਮਾਤਾਂ ਜਿਹੜੇ ਸਾਡੇ ਪੋਲੀਟੀਕਲ ਜਮਾਤਾਂ ਨੇ ਉਹ ਇਖਤਲਾਫਾਤ ਤੇ ਅਸੀਂ ਗੱਲ ਕੀਤੀ ਕਿ ਜੀ ਇਖਤਲਾਫਾਤ ਉਹਨਾਂ ਦੇ ਆਪਸ ਦੇ ਅੰਦਰੂਨੀ ਹੈ ਨੇ, ਤੇ ਇਹਨਾਂ ਨੂੰ ਫਿਰ ਆਪਸ ਵਿੱਚ ਕਿਸ ਚੀਜ਼ ਜੋੜ ਕੇ ਰੱਖਿਆ? ਵਜ੍ਹਾ ਕੀ ਹੈ? ਉਹ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੂੰ ਆਪਸ ਵਿੱਚ ਬੱਧ ਕੇ ਰੱਖਿਆ ਹੈ? ਕੋਈ ਮਜਬੂਰੀ ਹੈ, ਕੋਈ ਦਬਾਅ ਹੈ, ਕੋਈ ਪ੍ਰੈਸ਼ਰ ਹੈ, ਕਿਹੜਾ ਮਾਮਲਾ ਹੈ ਜਿਸ ਵਜ੍ਹਾ ਤੋਂ ਇਹ ਇਕੱਠੇ ਬੈਠੇ ਹੋਏ ਨੇ ਅੱਜ ਤੱਕ? ਕਿਉਂਕਿ ਇਹਨਾਂ ਦਾ ਇਕਤਦਾਰ ਜਿਹੜਾ ਹੈ ਉਹ ਇਹਨਾਂ ਦੇ ਆਵਾਮ ਦੀ ਸਪੋਰਟ ਦੇ ਉੱਤੇ ਤੇ ਹੈ ਨਹੀਂ, ਇਹਨਾਂ ਦੀ ਆਵਾਮ ਦੀ ਜੀ ਮਤਲਬ ਰਾਏ ਦੇ ਬਰਅਕਸ ਜਿਹੜਾ ਇਹਨਾਂ ਨੂੰ ਅਖਤਿਆਰ ਦਿੱਤਾ ਗਿਆ ਹੋਇਆ ਜਾਂ ਮਿਲਿਆ ਜਾਂ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਉਸ ਇਕਤਦਾਰ ਨੂੰ ਸੰਭਾਲਣ ਲਈ ਇੱਕ ਤਾਂ ਜਿੱਥੋਂ ਤੱਕ ਪੀਪਲਸ ਪਾਰਟੀ ਔਰ ਨੂਨ ਦਾ ਤਾਲੁਕ ਹੈ, ਇਹਨਾਂ ਨੇ ਤੇ ਆਪਸ ਵਿੱਚ ਇੱਕ ਇੱਕ ਟੰਗ ਇਕੱਠੀ ਬੰਨੀ ਹੋਈ ਹੈ। ਇਹ ਤੇ 3 ਲੈਗ ਰੇਸ ਕਰ ਰਹੇ ਨੇ, ਬਾਕੀ ਜੋ ਵੀ ਠੀਕ। ਕੁਝ ਹੋਵੇ ਉਹ ਹੁੰਦਾ ਰਵੇ, ਇਹਨਾਂ ਨੇ ਇਕੱਠੇ ਰਹਿਣਾ ਹੈ। ਦੂਜਾ ਇਹਨਾਂ ਦਾ ਜਿਹੜਾ ਯੂਨੀਫਾਈਂਗ ਫੈਕਟਰ ਹੈ ਉਹ ਇਹ ਵੀ ਹੈ ਕਿ ਇਹਨਾਂ ਦੇ ਜਿਹੜੇ ਮਾਲੀ ਮਾਮਲਾਤ ਨੇ ਔਰ ਮੁਲਕ ਦੀ ਮਈਸ਼ਤ ਨੂੰ ਅੱਗੇ ਨਾ ਵਧਣ ਜੀ ਦੇਣਾ, ਜੀ। ਔਰ ਮੁਲਕ ਦੇ ਬਾਹਰ ਇਹਨਾਂ ਦੀ ਲੀਡਰਸ਼ਿਪ ਤੇ ਜ਼ਾਤੀ ਜਿਹੜੇ ਅਸਾਸੇ ਨੇ, ਇਹਨਾਂ ਦੇ ਬਿਜ਼ਨਸ ਮੁਲਕ ਤੋਂ ਬਾਹਰ ਨੇ, ਔਰ ਇਹਨਾਂ ਨੇ ਮੁਲਕ ਦੇ ਅੰਦਰ ਇੱਕ ਮਰੂਸੀਅਤ ਆਪਣੀ ਕਾਇਮ ਕੀਤੀ ਹੋਈ ਹੈ, ਉਹ ਜਿਹੜਾ ਹੈ ਉਹ ਪਾਕਿਸਤਾਨ ਦੀ ਆਪੋਜੀਸ਼ਨ ਔਰ ਆਵਾਮ ਦੇ ਮੁਕਾਬਲੇ 'ਚ ਖੜਾ ਕਰ ਦੇਣ ਤਾਂ ਕਿ ਉਹ ਟਕਰਾਓ ਜਿਹੜਾ ਹੈ ਉਹ ਇਹਨਾਂ ਨੂੰ ਠੀਕ ਹੈ। ਉਹ ਬਣਾ ਦੇਵੇ, ਮਤਲਬ ਇੱਕ ਇਹਨਾਂ ਨੂੰ ਤਹਫੁਜ਼ ਦੇ ਦੇਵੇ ਔਰ ਇਹਨਾਂ ਦੀ ਪ੍ਰੋਟੈਕਸ਼ਨ ਬਣ ਜਾਵੇ। ਹੁਣ ਉਹ ਮਾਮਲਾਤ ਜਿਹੜੇ ਨੇ ਉਹ ਹੁਣ ਖਤਮ ਹੋ ਰਹੇ ਨੇ। ਕਰਾਚੀ ਔਰ ਸਿੰਧ ਦੇ ਅੰਦਰ ਜਿਹੜੀ ਕਰਪਸ਼ਨ ਹੈ, ਦੇਖੋ ਇਸ ਵੇਲੇ ਬਹੁਤ ਵੱਡੀ ਓਪਰਚੁਨਿਟੀ ਸੀ ਕਿ ਮਿਡਲ ਈਸਟ ਵਿੱਚ ਜਿਹੜਾ ਠੀਕ। ਅਨਰੈਸਟ ਹੋਇਆ ਉਸ ਤੋਂ ਬਾਅਦ ਇਨਵੈਸਟਮੈਂਟ ਜਿਹੜੀ ਸੀ ਉਹ ਕਰਾਚੀ ਆ ਸਕਦੀ ਸੀ, ਲੇਕਿਨ ਹਰ ਇਨਵੈਸਟਰ ਕਹਿੰਦਾ ਹੈ ਕਿ ਜੀ ਕਰਾਚੀ ਦੀ ਸਿੰਧ ਦੀ ਹਕੂਮਤ ਜੀ ਜਿਹੜੀ ਹੈ ਉਹ ਉਸੇ ਹੁੰਦੇ ਹੋਏ ਤੇ ਅਸੀਂ ਤੇ ਇੱਥੇ ਇਨਵੈਸਟਮੈਂਟ ਨਹੀਂ ਕਰ ਸਕਦੇ, ਕਿਉਂਕਿ ਇਸੇ ਆਪਣੇ ਪਰਖਸ ਇਤਨੇ ਮੰਦੇ ਨੇ, ਉੱਥੇ ਨਾ ਕੋਈ ਕਾਨੂੰਨ ਹੈ ਔਰ ਠੀਕ ਕਾਨੂੰਨੀ ਹੈ। ਇਦਾਰੇ ਤੇ ਹੁਕੂਮਤ ਨੇ ਆਈਨੀ ਤਰਮੀਮਾਂ ਦੇ ਨਾਲ ਉਂਝ ਹੀ ਮੁਕਾ ਦਿੱਤੇ ਨੇ। ਇਹ ਪਾਰੇ ਮਈਸ਼ਤ ਨੂੰ ਬਣਾਉਣ ਦੇ ਬਜਾਏ ਉਹ ਜ਼ਾਤੀ ਮਈਸ਼ਤ ਨੂੰ ਬਣਾਉਣ ਦੇ ਉੱਤੇ ਮਸਰੂਫ ਨੇ, ਔਰ ਉਹਨਾਂ ਨੂੰ ਘਾਟੇ ਵੀ ਪੈ ਗਏ ਨੇ। ਮਿਡਲ ਈਸਟ 'ਚ ਸਾਰੀ ਇਨਵੈਸਟਮੈਂਟ ਇਹਨਾਂ ਨੇ ਬਾਹਰ ਸ਼ਿਫਟ ਕੀਤੀ ਹੋਈ ਹੈ, ਮਗਰਬ ਵਿੱਚ ਕੀਤੀ ਹੋਈ ਹੈ ਜਾਂ ਵੈਸਟ 'ਚ ਕੀਤੀ ਸਹੀ। ਹੋਈ ਹੈ। ਤੇ ਇਸ ਸੂਰਤ ਹਾਲ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਅਨਰੈਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਤੇ ਡੈਫੀਨੇਟਲੀ ਕਰਨਗੇ। ਹੁਣ ਐਸਟੈਬਲਿਸ਼ਮੈਂਟ ਦੀ ਤਰਫੋਂ ਇਹਨਾਂ ਤੇ ਦਬਾਅ ਵੀ ਹੈ ਕਿ ਵੀ ਤੁਸੀਂ ਪਰਫਾਰਮ ਕਰੋ। ਪਰਫਾਰਮ ਕਰਨ ਵਿੱਚ ਇਹਨਾਂ ਨੂੰ ਠੀਕ। ਆਪਣੇ ਰਵੱਈਏ ਬਦਲਨੇ ਪੈਂਦੇ ਨੇ, ਉਹਦੇ ਲਈ ਇਹ ਤਿਆਰ ਨਹੀਂ ਹੈਗੇ। ਤੇ ਇਹ ਇੱਕ ਮਤਲਬ ਮੁਸ਼ਕਿਲ ਸੂਰਤ ਹਾਲ ਹੈ ਇਹਨਾਂ ਲਈ ਵੀ, ਮੁਲਕ ਲਈ। ਦੌਰਾਨ ਸਾਹਿਬ, ਇਹ ਵੀ ਦੱਸੋ ਕਿ ਇਮਰਾਨ ਖਾਨ ਦੀ ਰਿਹਾਈ ਦੇ ਹਵਾਲੇ ਨਾਲ ਕੋਈ ਮਾਮਲਾ ਹੋ ਸਕਦਾ ਹੈ? ਕੋਈ ਰਿਹਾਈ ਹੋ ਸਕਦੀ ਹੈ, ਨਹੀਂ ਹੋ ਸਕਦੀ? ਉਹ ਮੁਸਤਕਬਲ ਵਿੱਚ ਕੀ ਨਜ਼ਰ ਆ ਰਿਹਾ ਸਰ? ਦੇਖੋ ਜੀ, ਇਮਰਾਨ ਖਾਨ ਦੀ ਰਿਹਾਈ ਜਿਹੜੀ ਹੈ ਉਹ ਤੇ ਇਸ ਹਕੂਮਤ ਦੇ ਹੁੰਦੇ ਹੋਏ ਤੇ ਮੈਨੂੰ ਬਹੁਤ ਮੁਸ਼ਕਿਲ ਲੱਗਦਾ। ਜੀ ਮਸਲਾ ਜਿਹੜਾ ਹੈ ਉਹ ਇਮਰਾਨ ਖਾਨ ਦੀ ਆਵਾਮ ਵਿੱਚ ਮਕਬੂਲੀਅਤ ਤੋਂ ਵੱਧ ਕੇ ਬੜਾ ਮਸਲਾ ਜਿਹੜਾ ਹੈ ਉਹ ਨਫ਼ਰਤ ਹੈ ਜਿਹੜੀ ਆਵਾਮ ਇਸ ਵਕਤ ਦੇ ਹੁਕਮਰਾਨਾਂ ਨਾਲ ਰੱਖਦੇ ਨੇ, ਔਰ ਉਸ ਨਫ਼ਰਤ ਦੀ ਵਜ੍ਹਾ ਨਾਲ ਜਿਹੜਾ ਹੈ ਹੁਕਮਰਾਨ ਜਿਹੜੇ ਨੇ ਉਹ ਮਤਲਬ ਆਪੋਜੀਸ਼ਨ ਨੂੰ ਸਪੇਸ ਨਹੀਂ ਦੇ ਰਹੇ ਜਿੰਨੀ ਠੀਕ। ਉਹਨਾਂ ਨੂੰ ਦੇਣੀ ਚਾਹੀਦੀ ਹੈ। ਉਸ ਖੌਫ ਦੀ ਵਜ੍ਹਾ ਨਾਲ ਕਿ ਉਹਨਾਂ ਦੇ ਆਵਾਮ ਦੇ ਵਿੱਚ ਉਹਨਾਂ ਦੀ ਮਕਬੂਲੀਅਤ ਨਾਪੈਦ ਹੈ, ਔਰ ਇਮਰਾਨ ਖਾਨ ਜਾਂ ਜਿੰਨੇ ਵੀ ਕੈਦ ਵਿੱਚ ਲੋਕ ਨੇ, ਖਵਾਤੀਨ ਨੇ, ਉਹਨਾਂ ਨੂੰ ਛੱਡਣ ਵਿੱਚ ਕੀ ਜੀ ਜੀ। ਲੱਗਦਾ ਹੈ?